वन नेशन वन इलैक्शन ਨੂੰ ਲੈ ਕੇ ਕੇਂਦਰ ਸਰਕਾਰ ਨੇ ਚੁੱਕਿਆ ਵੱਡਾ ਕਦਮ। ਕੇਂਦਰ ਦੇ ਕਦਮ ਨਾਲ ਦੇਸ਼ ਵਿੱਚ ਵਧਿਆ ਸਿਆਸੀ ਤਾਪਮਾਨ। ਭਾਜਪਾ ਦੀ ਨੀਤੀ ਦੇਸ਼ ਲਈ ਖਤਰਨਾਕ ਹੈ, ਕਿਹਾ ਵਿੱਤ ਮੰਤਰੀ ਹਰਪਾਲ ਚੀਮਾ ਨੇ। वन नेशन वन इलैक्शन ਲਈ ਕੇਂਦਰ ਸਰਕਾਰ ਨੇ ਇੱਕ ਵੱਡਾ ਕਦਮ ਚੁੱਕਿਆ ਅਤੇ वन नेशन वन इलैक्शन ਤੇ ਆਮ ਆਦਮੀ ਪਾਰਟੀ ਨੇ ਕੇਂਦਰ ਸਰਕਾਰ ਨੂੰ ਘੇਰ ਲਿਆ। ਜੇ ਗੱਲ ਕਰੀਏ वन नेशन वन इलैक्शन ਨੂੰ ਲੈ ਕੇ ਕੇਂਦਰ ਸਰਕਾਰ ਨੇ ਜਿਹੜਾ ਵੱਡਾ ਕਦਮ ਚੁੱਕਿਆ, ਇਸ ਦੇ ਲਈ ਇੱਕ ਕਮੇਟੀ ਬਣਾਈ ਗਈ ਹੈ ਤੇ ਜਿਸ ਦੀ ਪ੍ਰਧਾਨਗੀ ਸਾਬਕਾ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੂੰ ਸੌਂਪੀ ਗਈ ਹੈ। ਇਹ ਕਮੇਟੀ ਕਾਨੂੰਨ ਦੇ ਸਾਰੇ ਪਹਿਲੂਆਂ ਤੇ ਵਿਚਾਰ ਕਰੇਗੀ ਅਤੇ ਇੱਕ ਦੇਸ਼ ਇੱਕ ਚੋਣ ਦੀ ਸੰਭਾਵਨਾ ਦੀ ਪੜਚੋਲ ਕਰੇਗੀ, ਜਿਸ ਕਾਰਨ ਹੁਣ ਦੇਸ਼ ਵਿੱਚ ਸਿਆਸੀ ਤਾਪਮਾਨ ਕਾਫੀ ਜ਼ਿਆਦਾ ਵੱਧ ਗਿਆ ਤੇ ਸਿਆਸਤ ਭਖਦੀ ਜਾ ਰਹੀ ਹੈ, ਜਿਸ ਦੇ ਉੱਤੇ ਵਿਰੋਧੀ ਧਿਰ ਨੇ ਹੱਲਾ ਪੂਰੇ ਢੰਗ ਨਾਲ ਬੋਲਿਆ। ਅਤੇ ਜੇ ਗੱਲ ਕਰੀਏ ਤਾਂ ਵਿਰੋਧੀ ਪਾਰਟੀਆਂ ਜਿਹੜੀਆਂ ਨੇ ਉਹ ਕੇਂਦਰ ਦੀ ਮੋਦੀ ਸਰਕਾਰ ਤੇ ਹਮਲਾ ਬੋਲ ਰਹੀਆਂ ਨੇ। ਇਸ ਨੂੰ ਲੈ ਕੇ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਚੀਮਾ ਨੇ ਵੀ वन नेशन वन इलैक्शन ਨੂੰ ਲੈ ਕੇ ਕੇਂਦਰ ਸਰਕਾਰ ਨੂੰ ਘੇਰਿਆ। ਭਾਜਪਾ ਲੋਕਤੰਤਰ ਲਈ ਖਤਰਾ ਦੱਸਿਆ ਹਰਪਾਲ ਚੀਮਾ ਨੇ ਤੇ ਚੀਮਾ ਨੇ ਕਿਹਾ ਕਿ ਇਹ ਲੋਕਤੰਤਰੀ ਦੇਸ਼ ਹੈ ਅਤੇ ਇਸ ਨੂੰ ਲਾਗੂ ਕਰਨਾ ਇੱਥੇ ਸੰਭਵ ਨਹੀਂ ਹੈ। ਕਈ ਰਾਜ ਅਜਿਹੇ ਨੇ ਜਿੱਥੇ ਵੱਖ-ਵੱਖ ਸਮੇਂ ਤੇ ਚੋਣਾਂ ਹੁੰਦੀਆਂ ਨੇ। ਕਿਸੇ ਰਾਜ ਵਿੱਚ 2 ਸਾਲ ਬਾਅਦ ਅਤੇ ਕਿਸੇ ਰਾਜ ਵਿੱਚ 3 ਸਾਲ ਬਾਅਦ ਚੋਣਾਂ ਹੋਣੀਆਂ ਨੇ। ਸਿਰਫ ਇੱਕ ਚੋਣ ਕਰਵਾਉਣਾ ਦੇਸ਼ ਦੇ ਲੋਕਤੰਤਰ ਲਈ ਖਤਰਾ। ਅਜਿਹਾ ਨਹੀਂ ਕਰਨਾ ਚਾਹੀਦਾ ਤੇ ਭਾਜਪਾ ਦੇ ਇਰਾਦੇ ਦੱਸਦੇ ਨੇ ਕਿ ਭਾਜਪਾ ਦੇਸ਼ ਨੂੰ ਤਬਾਹ ਕਰਨਾ ਚਾਹੁੰਦੀ ਹੈ ਅਤੇ ਕੇਂਦਰ ਦੀ ਭਾਜਪਾ ਸਰਕਾਰ ਲੋਕਤੰਤਰ ਲਈ ਵੱਡਾ ਖਤਰਾ ਬਣ ਗਈ ਹੈ। ਅਜਿਹਾ ਨਹੀਂ ਹੋਣਾ ਚਾਹੀਦਾ ਅਤੇ ਜੇਕਰ ਭਾਜਪਾ ਦਾ ਕੋਈ ਅਜਿਹਾ ਇਰਾਦਾ ਹੈ ਤਾਂ ਇਸ ਨੂੰ ਤੁਰੰਤ ਵਾਪਸ ਲਿਆ ਜਾਣਾ ਚਾਹੀਦਾ। ਜੇ ਦੂਸਰੇ ਪਾਸੇ ਗੱਲ ਕਰੀਏ ਤਾਂ ਉਹਨਾਂ ਨੇ ਇਹ ਵੀ ਕਿਹਾ ਕਿ ਭਾਜਪਾ ਦੀ ਨੀਤੀ ਦੇਸ਼ ਲਈ ਖਤਰਨਾਕ ਹੈ ਤੇ ਨਾਲ ਇਹ ਵੀ ਕਿਹਾ ਕਿ ਕਈ ਖੇਤਰੀ ਪਾਰਟੀਆਂ ਅਤੇ ਕਈ ਰਾਸ਼ਟਰੀ ਪਾਰਟੀਆਂ ਨੇ। ਜੇਕਰ ਕਿਸੇ ਪਾਰਟੀ ਦਾ ਆਧਾਰ ਇੱਕ ਸੂਬੇ ਦੇ ਵਿੱਚ ਹੋਵੇ ਤਾਂ ਉਹ ਪਾਰਟੀਆਂ ਭਾਸ਼ਾ ਅਤੇ ਖੇਤਰ ਦੇ ਆਧਾਰ ਤੇ ਬਣੀਆਂ ਨੇ। ਇਸ ਨਾਲ ਉਹਨਾਂ ਨੂੰ ਭਾਰੀ ਨੁਕਸਾਨ ਹੋਵੇਗਾ। ਤੇ ਦੂਜੇ ਪਾਸੇ ਭੂਗੋਲਿਕ ਤੌਰ ਤੇ ਜਦੋਂ ਅਸੀਂ ਹਿਮਾਚਲ, ਜੰਮੂ ਕਸ਼ਮੀਰ ਅਤੇ ਅਸਾਮ ਦੀ ਗੱਲ ਕਰਦੇ ਹਾਂ ਤਾਂ ਭੂਗੋਲਿਕ ਦ੍ਰਿਸ਼ਟੀਕੋਣ ਤੋਂ ਵੀ ਦੇਸ਼ ਵਿੱਚ ਚੋਣਾਂ ਕਰਵਾਉਣੀਆਂ ਮੁਸ਼ਕਲ ਹੋ ਜਾਂਦੀਆਂ ਨੇ। ਹੁਣ ਜੋ ਵੀ ਚੱਲ ਰਿਹਾ ਹੈ ਉਸੇ ਤਰ੍ਹਾਂ ਜਾਰੀ ਰਹਿਣਾ ਚਾਹੀਦਾ ਤੇ ਭਾਜਪਾ ਦੀ ਇਹ ਨੀਤੀ ਦੇਸ਼ ਲਈ ਬਹੁਤ ਘਾਤਕ ਸਾਬਤ ਹੋ ਸਕਦੀ ਹੈ। ਤੇ ਦੂਜੇ ਪਾਸੇ ਭਾਜਪਾ ਨੇ ਇਸ ਕਾਨੂੰਨ ਨੂੰ ਲਿਆ ਕੇ ਜਾਂ ਕਹਿ ਲਈਏ ਕਿ ਇਹ ਜਿਹੜੀ ਨਵੀਂ ਬਿੱਲ ਪੇਸ਼ ਕਰਨ ਦੀ ਗੱਲ ਕਰ ਰਹੀ ਹੈ ਉਸ ਦੇ ਵਿੱਚ ਸਭ ਦੀ ਹਜੇ ਸਹਿਮਤੀ ਹੋਣੀ ਜ਼ਰੂਰੀ ਹੈ ਤੇ ਜਿਹਦੇ ਲਈ ਵਿਸ਼ੇਸ਼ ਸੈਸ਼ਨ ਵੀ ਜਿਹੜਾ ਭਾਜਪਾ ਦੇ ਵੱਲੋਂ ਸੱਦਿਆ ਗਿਆ ਹੈ। ਤੇ ਹੁਣ ਇਹ ਸੈਸ਼ਨ ਜਿਹੜਾ ਉਸ ਚੀਜ਼ ਨੂੰ ਦੇਖਦੇ ਹੋਏ ਸੱਦਿਆ ਗਿਆ ਤੇ ਜਿੱਥੇ ਵਿੱਚ ਜੇ ਦੇਖਿਆ ਜਾਵੇ ਤਾਂ ਭਾਰਤ ਵਿੱਚ ਅਲੱਗ-ਅਲੱਗ ਤਰ੍ਹਾਂ ਦੀਆਂ ਪਾਰਟੀਆਂ ਨੇ, ਅਲੱਗ-ਅਲੱਗ ਜਿਹੜੇ ਨੇ ਉੱਥੇ ਦੇ ਰਾਜ ਨੇ ਤੇ ਉਸ ਰਾਜਾਂ ਦੇ ਵਿੱਚ ਇੱਕ ਸਮੇਂ ਦੇ ਵਿੱਚ ਇੰਨੇ ਵੱਡੇ ਪੱਧਰ ਤੇ ਚੋਣਾਂ ਹੋ ਜਾਣੀਆਂ ਬਹੁਤ ਜ਼ਿਆਦਾ ਮੁਸ਼ਕਲ ਵੀ ਹੋ ਸਕਦਾ ਹੈ। ਪਰ ਭਾਜਪਾ ਇਸ ਨੂੰ ਲਾਗੂ ਕਰਨ ਦੇ ਨਾਲ ਤੁਲੀ ਹੋਈ ਹੈ ਕਿਉਂਕਿ ਉਸ ਨੇ ਕੁਝ ਬਿੱਲ ਜਿਹੜੇ ਨੇ ਪਹਿਲਾਂ ਵੀ ਜਿਹੜੇ ਨੇ ਲੋਕ ਮਤੇ ਦੇ ਤਹਿਤ ਲੋਕ ਸਭਾ ਦੇ ਵਿੱਚ ਪਾਸ ਕਰ ਦਿੱਤੇ ਨੇ ਅਤੇ ਹੁਣ ਦੁਬਾਰਾ ਫਿਰ ਜਿਹੜੀ ਕੇਂਦਰ ਸਰਕਾਰ ਇਸ ਨੂੰ ਲੈ ਕੇ ਇਸ ਕਰਕੇ ਆ ਰਹੀ ਹੈ ਕਿਉਂਕਿ ਜੇ ਦੇਖ ਕੇ ਇਹਦੇ ਨਾਲ ਇਹ ਸੰਭਵ ਹੈ ਕਿ ਭਾਜਪਾ ਸਾਰੇ ਪਾਸੇ ਜਿਹੜੀ ਹੈ ਉਹ ਆਪਣੀ ਜਾਂ ਜਿਹੜੀਆਂ ਦਿੱਲੀ ਦੇ ਵਿੱਚ ਰਾਜਪਾਲ ਦੀਆਂ ਜਿਹੜੀਆਂ ਨਿਯੁਕਤੀਆਂ ਨੂੰ ਲੈ ਕੇ ਸੰਭਵ ਹੋਇਆ ਜਾਂ ਸ਼ਕਤੀਆਂ ਨੂੰ ਲੈ ਕੇ ਵੀ ਬਿੱਲ ਪਾਸ ਕੀਤੇ ਗਏ ਨੇ, ਉਹ ਸਾਰੇ ਪਾਸੇ ਜਿਹੜਾ ਉਹ ਇੱਕ ਥਾਮ ਦੇ ਉੱਤੇ ਲੋਕਾਂ ਦੀ ਪਰਿਭਾਸ਼ਾ ਨੂੰ ਲੈ ਕੇ ਇੱਕ ਥਾਮੇ ਦੇ ਵਿੱਚ ਚੋਣਾਂ ਕਰਵਾ ਕੇ ਆਪਣੇ ਆਪ ਨੂੰ ਜਿਹੜਾ ਮਜ਼ਬੂਤ ਕਰਨਾ ਚਾਹੁੰਦੀ ਹੈ। ਤੇ ਇੱਥੇ ਹੁਣ ਦੇਖਣਾ ਇਹੀ ਹੋਵੇਗਾ ਕਿ ਇਹ ਬਿੱਲ ਜਿਹੜਾ ਉਹ ਲੋਕ ਸਭਾ 'ਚ ਪਾਸ ਹੁੰਦਾ ਹੈ ਜਾਂ ਨਹੀਂ। ਪਰ ਹੁਣ ਜਿਹੜਾ ਰਾਜ ਸਭਾ ਦੇ ਵਿੱਚ ਵਿਸ਼ੇਸ਼ ਸੈਸ਼ਨ ਸੱਦਿਆ ਗਿਆ ਉਸ ਦੇ ਵਿੱਚ ਵੀ ਕਈ ਬਿੱਲਾਂ ਦੇ ਬਾਰੇ ਜਿਹੜੀ ਉਹ ਗੱਲਬਾਤ ਜ਼ਰੂਰ ਹੋਏਗੀ ਤੇ ਜਿਨ੍ਹਾਂ ਵਿੱਚ ਇੱਕ ਬਿੱਲ ਇਹ ਵੀ है। देखिए, भारत एक बहुत बड़ा लोकतांत्रिक देश है, डेमोक्रेटिक देश है। इसमें ये संभव नहीं है क्योंकि डिफरेंट राज्य हैं, लगभग 29 राज्य में अलग अलग समय पे इलेक्शन होती है। किसी राज्य में आज हो रही है, किसी में 2 साल बाद है, किसी में 3 साल बाद है। वहाँ एक इलेक्शन करवाना मैं समझता हूँ देश के लोकतंत्र के लिए बहुत बड़ा खतरा है। ऐसा नहीं होना चाहिए। बीजेपी की इन जो मंतव्य हैं बीजेपी के, उससे पता चलता है कि बीजेपी देश को बर्बाद करना चाहती है और लोकतंत्र के लिए आज बीजेपी केंद्र सरकार जो बहुत बड़ा खतरा बनी हुई है। सो ऐसा बिल्कुल हम इसकी निंदा करते हैं। ऐसा बिल्कुल नहीं होना चाहिए। इसको तुरंत
जे उसका इरादा है कोई गवर्नमेंट ऑफ इंडिया का या बीजेपी का, इसको तुरंत वापस कर लेना चाहिए। सर क्या लगता है क्या नुकसान इसके हो सकते हैं अगर ये पॉलिसी लागू होती है तो? देखिए, बहुत सारी रीजनल पार्टियां हैं, बहुत सारी नेशनल पार्टियां हैं, डिफरेंट पार्टियां हैं। किसी पार्टी का आधार किस स्टेट में है, तो जो लैंग्वेज बेस पे या किसी और एरिया बेस पे जो पार्टी बनी हुई है, उनके लिए बहुत बड़ा नुकसान होगा। कहीं जोग्राफिकली जब बात करते हैं, जो हिमाचल की बात करते हैं, जम्मू कश्मीर की बात करते हैं, असम की बात करते हैं, वहाँ जोग्राफिकली वहाँ बहुत इम्पॉसिबल होगा कि एक समय इलेक्शन हो। सो मेरा मानना है कि बिल्कुल जो सिस्टम अब चल रहा है इसको ही चलने देना चाहिए, और इसमें कोई भी जो पेनिट्रेशन है बीजेपी की तरफ से वो समझता हूं बहुत ही घातक देश के लिए सिद्ध होगी। सर इंडियन जो अलायंस है उसकी दोबारा मीटिंग हुई है, उसके बारे में क्या कहना चाहेंगे, कितनी पॉजिटिव रही है और आम आदमी पार्टी को क्या लग रहा है कि कितनी ये आगे चल के सफल होगी? इंडिया अलायंस की मीटिंग लगातार जारी है, बहुत सारी नई पार्टियां जो हैं उसको ज्वाइन कर रही हैं। मैं देख रहा था आज कि बहुत सारी पार्टियां जो सेंटर के खिलाफ हैं वो लगातार अपने आप जो है उस अलायंस में ज्वाइन कर रही है, जो बहुत अच्छा संकेत है। मैं समझता हूं आज देश को बचाने की जरूरत है, आज देश को बचाने की हमारी प्रायोरिटी होनी चाहिए। आज बीजेपी से केंद्र सरकार के देश को बहुत बड़ा खतरा है और लोकतंत्र को बहुत बड़ा खतरा है। जैसे मोदी साहब की पॉलिसियां हैं, जैसे बीजेपी की पॉलिसियां हैं, वो देश को खत्म करने वाली हैं। देश की बहुत सारी इंस्टीट्यूशंस, बहुत सारी संस्थाएं जो है उनके लिए बहुत बड़ा एक खतरा जो है वो बीजेपी बनी हुई है। सो मैं समझता हूं बीजेपी को देश से बाहर करना है, सत्ता का प्रवर्तन जो है इस बार होके रहेगा। सो इसके लिए इंडिया अलायंस जो है बड़े अच्छे तरीके से काम कर रहे हैं, सभी एकजुट हैं, और छोटे मोटे जितने भी मनमुटाव होते हैं उनको मैं समझता हूं दूर करके बड़े स्तर पे देश को बचाने के लिए हम सभी लोगों को एकजुट होना पड़ेगा।